ਇਹ ਬੰਦੇ ਬਾਰੇ ਐਮਪੀ ਸਾਹਿਬ ਜ਼ਿਆਦਾ ਬਿਹਤਰ ਦੱਸ ਸਕਦੇ ਆ, ਮੰਤਰੀ ਸਾਹਿਬ ਜ਼ਿਆਦਾ ਬਿਹਤਰ ਦੱਸ ਸਕਦੇ। ਮੈਂ ਤਾਂ ਇੱਕ ਗੱਲ ਜ਼ਰੂਰ ਦੱਸ ਸਕਦਾ ਵੀ ਜਿੰਨੇ ਕੁ ਚੇਅਰਮੈਨ ਆ ਨੂੰ ਤਾਂ ਕਾਂਗਰਸ ਦਫ਼ਤਰ ਦਾ ਨਹੀਂ ਪਤਾ ਘੰਟਾ ਘਰ ਕਾਂਗਰਸ ਦਫ਼ਤਰ ਹੈ ਕਿੱਥੇ ਹੈ। 10 ਸਾਲ ਦੀ ਮੇਰੀ ਪ੍ਰਧਾਨਗੀ ਦੇ ਵਿੱਚ ਇਸ ਚੇਅਰਮੈਨ ਸਾਹਿਬ ਦੀ ਇੱਕ ਵੀ ਹਾਜ਼ਰੀ ਨਹੀਂ ਹੈ। ਤੁਸੀਂ ਆਮ ਸ਼ਹਿਰ ਦੇ ਨਾਗਰਿਕ ਤਾਂ ਹੈਗੇ ਹੋ, ਜੇ ਤੁਹਾਡੇ ਸ਼ਹਿਰ ਦੇ ਵਿੱਚ ਇਦਾਂ ਦੀ ਆਡੀਓ ਵਾਇਰਲ ਹੋ ਰਹੀ ਹੈ, ਤੁਸੀਂ ਇਹਦੇ ਨਾਗਰਿਕ ਹੁੰਦੇ ਹੀ ਆਵਾਜ਼ ਚੱਕਦੇ। ਜਿਸ ਬੰਦੇ ਨੂੰ ਆਪਣੀ ਵਰਕਿੰਗ ਦਾ ਕੋਈ ਵੀ ਸਲਾਹ ਨਹੀਂ ਅਜੇ ਤੱਕ ਮਿਲਿਆ, ਉਹ ਕਿਉਂ ਬੋਲੇਗਾ? ਕਿੰਨੀ ਦੇਰ ਲੜੇਗਾ? ਕਿੰਨੀ ਦੇਰ ਲੜ ਕੇ ਲੋਕਾਂ ਦੇ ਲਈ ਮਰੇਗਾ? ਕਾਂਗਰਸੀ ਤਾਂ ਹੈਗੇ ਹੀ ਹੋ, ਤੇ ਕਿਉਂ ਨਹੀਂ ਤੁਸੀਂ ਅੱਗੇ ਵੱਧ ਕੇ ਜਾ ਕੇ ਪੁੱਛੇ ਐਕਸ ਕਾਂਗਰਸੀ, ਐਕਸ ਜਿਹੜਾ ਪ੍ਰਧਾਨ ਰਿਹਾ ਹੁੰਦਾ ਉਹਦੀ ਵੀ ਪਾਵਰ ਕੋਈ ਘੱਟ ਤਾਂ ਨਹੀਂ ਹੁੰਦੀ ਜਿੰਨੀ ਕਿ ਸਾਨੂੰ ਸਮਝ। ਆਪਾਂ ਸੇਵਕ ਹੈਗੇ ਆ, ਮਤਲਬ ਅੱਜ ਜਿਹੜੀ ਰਾਜਨੀਤੀ ਹੈ ਉਹ ਸੇਵਾ ਨਹੀਂ ਰਹਿ ਗਈ, ਉਹ ਮੇਵਾ ਬਣ ਗਈ। ਉਹ ਤਾਂ ਸਿਰ ਤੇ ਕੱਫਨ ਬਣ ਕੇ ਰੋਜ਼ 5 ਮਾਰਦੇ ਸੀ, ਅੱਜ ਰੋਜ਼ 5 ਦੁੱਧ ਦੇ ਮਜਨੂ ਬਣੇ ਬੈਠੇ ਆ। ਉਹ ਕਿੱਥੇ ਹੈ? ਚਾਚਾ ਜੀ ਕੋਈ ਨਹੀਂ, ਮੈਂ ਮਿਲਦਾ ਆ ਜਵਾਬ ਹੈ। 10 ਸਾਲ ਨਾਲ ਵਪਾਰ ਮੰਡਲ 'ਚ ਲੋਕਾਂ ਦੀ ਉਹ ਲੜਾਈਆਂ ਲੜੀਆਂ, ਸਾਰਾ ਪੰਜਾਬ ਗਵਾਹ ਇਸ ਗੱਲ ਦਾ। ਅੱਜ ਇਹਨਾਂ ਨੂੰ ਕਹੋ ਤਾਂ ਕਿਸੇ ਨਾਲ ਲੜ ਕੇ ਦੇਖਣ। ਜੇ ਉਹ MLA ਬਣ ਸਕਦੇ ਤਾਂ ਉਹਨਾਂ ਦਾ ਬਣਾਇਆ ਚੇਅਰਮੈਨ ਕਿਉਂ ਨਹੀਂ ਲੱਗ ਸਕਦਾ? ਉਹੀ ਮੈਂ ਕਿਹਾ ਨਾ, ਮਜ਼ੇ ਖਿਡਾ ਰਹੀ ਹੋ ਤੇ ਤੁਸੀਂ ਮੁੱਦਾ ਭੜਕਾ ਰਹੇ ਹੋ, ਇੱਧਰ ਉੱਧਰ ਡਾਇਵਰਟ ਕਰ ਰਹੇ ਹੋ। ਇਹਦੀ ਪਿੱਠ ਤੇ ਆ ਕੇ ਪੰਜਾਬ ਦਾ ਮੁੱਖ ਮੰਤਰੀ ਖੜ ਜਾਏਗਾ ਵਰਕਰ ਦੀ, ਉਹ ਵਰਕਰ ਤਾਂ ਭੱਜਿਆ ਜਾਏਗਾ ਆਪਣੀ ਜਾਨ ਦੇ ਲਈ, ਪਾਰਟੀ ਦੇ ਲਈ। ਸਾਰ ਜੀ ਦਾ ਪੋਤਾ ਹੀ ਲੋਕਾਂ 'ਚ ਨਹੀਂ ਜਾਂਦਾ ਤੇ ਤੁਸੀਂ ਅੱਗੇ ਕੀ ਕਰਾਓਗੇ? ਫੋਨ ਉਹ ਨਹੀਂ ਚੁੱਕਦਾ, ਕਿਸੇ ਦੇ ਨਾਲ ਉਹ ਨਹੀਂ ਖੜਦਾ, ਲੁਧਿਆਣੇ ਉਹ ਨਹੀਂ ਦਿਖਦਾ, ਕੀ ਕਰਾਵਾਂਗੇ ਅਸੀਂ ਯਾਰ? ਮੈਨੂੰ ਦੱਸੋ ਵਰਕਰ ਜਾਏਗਾ ਕਿੱਥੇ? ਤੇ ਇਹਨਾਂ ਤੇ ਹਜੇ ਤੱਕ ਕਿਸੇ ਤਰੀਕੇ ਦੀ ਇਹਨਾਂ ਦਾ ਆਸ਼ੀਰਵਾਦ ਉਹ ਦੱਸਣਗੇ। ਮੈਂ ਤਾਂ ਚੇਅਰਮੈਨ ਨਹੀਂ ਬਣਾਇਆ। ਤੁਸੀਂ ਆਜ ਕਾਂਗਰਸੀ ਤੋਂ ਜਵਾਬ ਤਾਂ ਤੁਹਾਨੂੰ ਕਾਂਗਰਸੀ ਮੈਂ ਕਵੀ ਰਹਿ ਗਈ ਅੱਜ ਕਾਂਗਰਸੀ ਜਿਹੜੇ ਕਹਿੰਦੇ ਇੰਦਰਾ ਗਾਂਧੀ ਜੀ ਨੇ ਉੱਥੇ ਬਲੀਦਾਨ ਦਿੱਤਾ, ਜਿਹੜੇ ਕਹਿੰਦੇ ਰਾਜੀਵ ਗਾਂਧੀ ਜੀ ਨੇ ਦਿੱਤਾ, ਜਿਹੜੇ ਕਹਿੰਦੇ ਬੇਅੰਤ ਸਿੰਘ ਜੀ ਨੇ ਦਿੱਤਾ, ਕਿ ਉਹਨਾਂ ਦੀ ਪਾਰਟੀ 'ਚ ਹੁਣ ਇਹੋ ਜਿਹੇ ਕੰਮ ਹੋਣਗੇ? ਯਾਰ ਇਮਾਨਦਾਰੀ ਕਹਿਣਾ ਹੀ ਪਾਪ ਹੋ ਗਿਆ, ਇਮਾਨਦਾਰ ਹੋਣਾ ਹੀ ਪਾਪ ਹੋ ਗਿਆ, ਇਮਾਨਦਾਰ ਹੋਣਾ ਹੀ ਗੁਨਾਹ ਹੋ ਗਿਆ। ਬਿਜ਼ਨਸਮੈਨ ਫੈਮਿਲੀ ਤੋਂ ਸ਼ੁਰੂ ਤੋਂ ਅਦਾਰੇ ਤੋਂ ਜਿਹੜੇ ਹੈਂਡ ਟੂ ਹੈਂਡ ਵਰਕਰ ਹੈ, ਵਿਚਾਰੇ ਰੁਲਦੇ ਫਿਰਦੇ ਆ। ਕਿਸੇ ਦੇ ਆਟਾ ਹੈ ਨਹੀਂ, ਕਿਸੇ ਦਾ ਬਾਪ ਬਿਮਾਰ ਹੈ, ਦਵਾਈ ਹੈ ਨਹੀਂ, ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਕਿਉਂਕਿ ਸਾਰੇ ਪੈਸੇ ਨਹੀਂ ਦਿੰਦੇ ਭਾਈ, ਤੇ ਰਾਤ ਦੀ ਚੁੱਕੀ ਜਾ ਉਹ ਤਕਰੀਬਨ 1,20,000 ਰੁਪਇਆ ਖਰਚਾ ਹੈ। ਇਕੱਠਾ ਹੋ ਰਿਹਾ 1,40, 1,50, 1,50, ਉਸ ਤੋਂ ਵੱਧ ਖਰਚਾ ਹੁੰਦਾ ਹੋਵੇ, ਸਾਰਾ ਹਿਸਾਬ ਨਹੀਂ ਪਿਆ। ਮੈਂ ਖਰਚਾ ਨਹੀਂ ਪੁੱਛਦਾ, ਮੈਂ ਪਤਾ ਉਹਨਾਂ 'ਚ ਬਚਦੇ ਕਿੰਨੇ ਆ ਖਰਚਾ ਕਰਕੇ ਸਫਾਈ ਦਾ। ਘਰ ਦੀ ਜਨਾਬ ਰਾਜੂ ਮਲਕ ਮੈਂ ਕਿਉਂ ਲੱਗ ਗਏ, ਰੋਜ਼ ਮੇਰੀ ਬਾਹਰ ਦਿੰਦਾ ਸੀਗਾ। ਉਹ ਮੁੰਡੇ 1500 ਰੁਪਏ 1200 ਲੈਂਦੇ ਸੀਗੇ, ਜਿਹੜੇ ਕਿਲੋ ਸੀਗੇ। ਠੀਕ ਹੈ ਜੀ, ਉਹ ਆਪਣਾ ਵੱਖਰਾ ਕਰ ਰਹੇ ਸੀਗੇ। ਹੁਣ ਜਿਸ ਦਿਨ ਤੋਂ ਆਪਾਂ ਹਟਾਏ ਆ, ਸੇਲ ਪੈਂਦੀ ਸੀ 32-33, ਹੁਣ ਪਾਉਂਦੇ ਆਪਾਂ 40,000। ਤੁਸੀਂ ਮੈਨੂੰ ਦੱਸਿਆ ਵੀ 1000 ਰੁਪਏ ਸੈਕਟਰੀ ਲੈ ਰਿਹਾ। ਇਹਨੇ ਇੰਨੀਆਂ ਕਸਮਾਂ ਖਾਧੀਆਂ, ਮੈਂ ਕਸਮਾਂ ਖਾਧੀਆਂ ਤੇ ਕੀ ਮੈਨੂੰ ਕਹਿੰਦਾ ਚੇਅਰਮੈਨ ਨੂੰ ਦੱਸੀ ਨਾ। जन हितैषी देख रहे दर्शकों का स्वागत है जन जन की बात जन हितैषी के साथ। दोस्तों, लुधियाने शहर ਦੇ ਵਿੱਚ ਜਿਹੜਾ ਮੁੱਦਾ ਗਰਮਾਇਆ ਹੋਇਆ ਹੈ, ਲੁਧਿਆਣਾ ਮਾਰਕੀਟ ਕਮੇਟੀ ਦਾ ਮੁੱਦਾ ਇੰਨਾ ਗਰਮਾਇਆ ਹੋਇਆ ਕਿਉਂਕਿ ਇਹ ਕਾਂਗਰਸ ਦਾ ਹੀ ਲਗਾਇਆ ਹੋਇਆ ਚੇਅਰਮੈਨ ਹੈ ਤੇ ਕਾਂਗਰਸੀ ਇਹ ਸਾਰਿਆਂ ਤੇ ਚੁੱਪ ਬੈਠੇ ਆ, ਔਰ ਇੱਕਦਮ ਸਾਰੇ ਐਂ ਲੱਗਦਾ ਸਭ ਨੂੰ ਕੋਈ ਨਾ ਕੋਈ ਕਿਸੇ ਤਰੀਕੇ ਦੀ ਕੋਈ ਕੰਮ ਯਾਦ ਆ ਗਿਆ, ਕੋਈ ਵੀ ਬਿੱਲ 'ਚੋਂ ਬਾਹਰ ਨਹੀਂ ਆ ਰਿਹਾ ਤੇ ਨਾ ਹੀ ਕੋਈ ਕਾਂਗਰਸੀ ਇਸ 'ਤੇ ਆਪਣੀ ਪ੍ਰਤੀਕਿਰਿਆ ਦੇ ਰਿਹਾ। ਇਹ ਸਾਰਿਆਂ ਦੇ ਵਿੱਚ ਅੱਜ ਅਸੀਂ ਕੁਦਰਤੀ ਪਹੁੰਚੇ ਹਾਂ ਲੁਧਿਆਣਾ ਸ਼ਹਿਰ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇ 10 ਸਾਲ ਰਾਜ ਕਰਨ ਵਾਲੇ ਤੇ ਵਪਾਰੀਆਂ ਦੀ ਗੱਲ ਜਿਹੜੀ ਹੈ ਜਦੋਂ ਚੱਕਦੇ ਸੀ ਤੇ ਇਹ ਲੱਗਦਾ ਸੀਗਾ ਕਿ ਅਫਸਰ ਵੀ ਡਰਦੇ ਸੀਗੇ। ਪਰ ਇਹ ਅੱਜ ਜਦੋਂ ਇਹਨਾਂ ਨੂੰ ਵੀ ਅਸੀਂ ਪੁੱਛਣ ਪਹੁੰਚੇ ਹਾਂ ਕਿ ਜਦੋਂ ਅੱਜ ਆਪਣੀ ਸਰਕਾਰ ਦਾ ਹੀ ਕੋਈ ਬੰਦਾ, ਆਪਣੀ ਪਾਰਟੀ ਦਾ ਕੋਈ ਬੰਦਾ ਇੱਦਾਂ ਉਹਦੀ ਆਡੀਓ ਵਾਇਰਲ ਹੋਈ ਤੇ ਹੁਣ ਆਪਾਂ ਚੁੱਪ ਕਿਉਂ ਹੈ? ਕੀ
ਜਨਤਾ ਲਈ, ਆਮ ਜਨਤਾ ਲਈ ਕਾਨੂੰਨ ਹੋਰ ਹੈ ਤੇ ਆਪਣੀ ਪਾਰਟੀ ਦੇ ਵਰਕਰਾਂ ਲਈ ਜੇ ਉਹ ਕੁਝ ਵੀ ਕਰਦੇ ਨੇ ਉਹਨਾਂ ਲਈ ਕਾਨੂੰਨ ਹੋਰ ਹੈ। ਨਮਸਕਾਰ ਸਰ। ਨਮਸਕਾਰ ਜੀ। ਸਰ ਕੀ ਗੱਲ ਅੱਜ ਇਸ ਵਾਰੀ ਬੜਾ ਜਿਹੜੀ ਤੁਹਾਡੀ ਦਿਹਾੜ ਹੈ ਉਹ ਸੁਣਾਈ ਨਹੀਂ ਦਿੱਤੀ ਜਾ ਰਹੀ, ਕੀ ਹੋ ਗਿਆ ਇਸ ਵਾਰ? ਇਹ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਦਹਾੜ ਅੱਜ ਵੀ ਮਹਾਰਾਜ ਦੀ ਕਿਰਪਾ ਉਹਦੇ ਨਾਲ ਕਾਇਮ ਹੈ। ਦਹਾੜ ਤਦੀ ਕਾਇਮ ਹੈ, ਆਪਾਂ ਕਾਣੇ ਨਹੀਂ ਹੈ ਕਿਸੇ ਕੋਲੋਂ, ਠੀਕ ਹੈ। ਨਹੀਂ ਮੈਂ ਤੋਂ ਤੁਸੀਂ ਪੁੱਛੋ, ਮੈਂ ਤੁਹਾਨੂੰ ਜਵਾਬ ਦੇਵਾਂਗਾ, ਹਰ ਗੱਲ ਦਾ ਵਧੀਆ ਜਵਾਬ ਦੇਵਾਂਗਾ। ਸਰ ਆਪਣੇ ਆਪ ਇੱਕ ਸੈਲਫ ਉਸ ਤੇ ਨੈਤਿਕ ਜ਼ਿੰਮੇਵਾਰੀ ਤੇ ਬਿਆਨ ਆਉਣਾ ਚਾਹੀਦਾ ਸੀ। ਤੁਸੀਂ ਐਡੀ ਤਗੜੀ ਕਾਂਗਰਸ ਚਲਾਈ ਹੈ, ਪਤਾ ਲੱਗਦਾ ਸੀ। ਅੱਜ ਕੁਦਰਤੀ ਜੇ ਕੋਈ ਕਰੰਟਲੀ ਕੋਈ ਪ੍ਰੈਜ਼ੀਡੈਂਟ ਨਹੀਂ ਹੈਗਾ ਕਾਂਗਰਸ ਦਾ ਤੇ ਇਹਦਾ ਮਤਲਬ ਤੁਸੀਂ ਜਵਾਬ ਹੀ ਨਹੀਂ ਦੇ ਰਹੇ। ਕੋਈ ਐਮਐਲਏ ਦੀ ਪ੍ਰਤੀਕਿਰਿਆ ਨਹੀਂ, ਕਿਸੇ ਕਾਉਂਸਲਰ ਦੀ ਪ੍ਰਤੀਕਿਰਿਆ ਨਹੀਂ, ਸਡਨਲੀ ਕਿਉਂ ਸਭ ਚੁੱਪ ਕਰਕੇ ਬੈਠ ਗਏ? ਤੁਸੀਂ ਮੈਨੂੰ ਕੀ ਪੁੱਛਣਾ ਚਾਹੁੰਦੇ ਹੋ ਮੰਡੀ ਬੋਰਡ ਬਾਰੇ? ਮੈਂ ਤੁਹਾਨੂੰ ਜਵਾਬ ਦੇਵਾਂਗਾ, ਪੁੱਛੋ ਮੈਨੂੰ ਕੀ ਪੁੱਛਣਾ ਚਾਹੁੰਦੇ ਹੋ। ਅਸੀਂ ਕੀ ਕਹਿਣਾ, ਅਸੀਂ ਤਾਂ ਸਿੱਧਾ ਪੁੱਛ ਰਹੇ ਕਿ ਜਿਹੜੀ ਆਡੀਓ ਵਾਇਰਲ ਹੋਈ ਹੈ ਇਹਦੇ ਤੇ ਬਾਰੇ ਤੁਸੀਂ ਹੁਣ ਕੀ ਐਕਸ਼ਨ ਲਓਗੇ? ਆਪਣੀ ਪਾਰਟੀ ਦਾ ਬੰਦਾ ਹੈਗਾ ਕਿ ਇਹ ਇਹਨਾਂ ਠੱਗੀਆਂ ਜਾਂ ਇਦਾਂ ਦੇ ਸਿਸਟਮ, ਪਹਿਲੀ ਗੱਲ ਤਾਂ ਇਹ ਦੱਸੋ ਇਹ ਕਿੱਦਾਂ ਪੋਸੀਬਲ ਹੈਗੇ ਆ? ਦੇਖੋ ਇਹ ਜਿਹੜੇ ਬੰਦੇ ਤੇ ਐਲੀਗੇਸ਼ਨ ਲੱਗੇ ਆ ਜਾਂ ਇਸ ਬੰਦੇ ਦੀ ਆਡੀਓ ਮਾਰਕੀਟ 'ਚ ਆਈ ਹੈ, ਫੇਸਬੁੱਕ ਤੇ ਆਈ ਹੈ, ਸਾਰੇ ਹਿੰਦੁਸਤਾਨ 'ਚ ਘੁੰਮ ਗਈ ਹੈ। ਇਹ ਬੰਦੇ ਬਾਰੇ ਐਮਪੀ ਸਾਹਿਬ ਜ਼ਿਆਦਾ ਬਿਹਤਰ ਦੱਸ ਸਕਦੇ ਆ, ਮੰਤਰੀ ਸਾਹਿਬ ਜ਼ਿਆਦਾ ਬਿਹਤਰ ਦੱਸ ਸਕਦੇ। ਮੈਂ ਤਾਂ ਇੱਕ ਗੱਲ ਜ਼ਰੂਰ ਦੱਸ ਸਕਦਾ ਵੀ ਜਿੰਨੇ ਕੁ ਚੇਅਰਮੈਨ ਅੱਧੇ ਨੂੰ ਤਾਂ ਕਾਂਗਰਸ ਦਫ਼ਤਰ ਦਾ ਨਹੀਂ ਪਤਾ ਘੰਟਾ ਘਰ ਕਾਂਗਰਸ ਦਫ਼ਤਰ ਹੈ ਕਿੱਥੇ ਹੈ। ਮੈਂ 10 ਸਾਲ ਪ੍ਰਧਾਨ ਰਿਹਾ, 10 ਸਾਲ ਦੀ ਮੇਰੀ ਪ੍ਰਧਾਨਗੀ ਦੇ ਵਿੱਚ ਇਸ ਚੇਅਰਮੈਨ ਸਾਹਿਬ ਦੀ ਇੱਕ ਵੀ ਹਾਜ਼ਰੀ ਨਹੀਂ ਹੈ ਰਜਿਸਟਰ ਤੇ। ਕੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ ਪੈਰਾਸ਼ੂਟ ਤੇ ਉਹ ਚੇਅਰਮੈਨ? ਬਿਲਕੁਲ, ਜਿਹੜੀ ਗੱਲ ਸਾਹਮਣੇ ਉਹ ਸੱਚਾਈ ਤਾਂ ਬੋਲਦੀ ਸਿਰ ਚੜ੍ਹ ਕੇ ਸ਼ਰਮਾ ਜੀ। ਇਹ ਦੇਖੋ ਵੀ ਜਦ ਮੈਂ 10 ਸਾਲ ਪ੍ਰਧਾਨਗੀ ਕੀਤੀ ਹੈ, ਮੇਰੇ ਕੋਲ ਕਦੀ ਵੀ ਦਰਸ਼ਨ ਜੀ ਨਹੀਂ ਆਏ, ਕਦੀ ਵੀ ਇਹਨਾਂ ਦੀ 10 ਸਾਲ ਦੇ ਵਿੱਚ ਮੇਰੇ ਅੱਜ ਵੀ ਮੇਰੇ ਕੋਲ ਰਿਕਾਰਡ ਪਿਆ 10 ਸਾਲ ਦਾ, ਬਿਲਕੁਲ ਮੇਨਟੇਨ ਰਿਕਾਰਡ ਪਿਆ ਮੇਰੀ ਟੈਨਿਓਰ ਦਾ ਸਾਰੀ ਦਾ। ਕੋਈ ਵੀ ਪ੍ਰੈਜ਼ੈਂਟ ਨਹੀਂ ਹੈ ਇਹਨਾਂ ਦੀ 10 ਸਾਲ ਦੇ ਵਿੱਚ। ਇੱਕ ਆਦਮੀ ਬਾਅਦ ਚੋਂ, ਜਿਵੇਂ ਤੁਸੀਂ ਕਹਿੰਦੇ ਤੁਹਾਨੂੰ ਵੀ ਜ਼ਿਆਦਾ ਲੰਬਾ ਟਾਈਮ ਨਹੀਂ ਹੋਇਆ ਕਾਂਗਰਸ ਜ਼ਿਲ੍ਹਾ ਪ੍ਰਧਾਨਗੀ ਛੱਡੇ, ਕੀ ਇਹ ਵੀ ਪੋਸੀਬਲ ਹੈ ਕਿ ਇੰਨੇ ਸ਼ਾਰਟ ਟਾਈਮ 'ਚ ਕੋਈ ਬੰਦਾ ਮੈਂਬਰ ਵੀ ਬੰਦਾ ਉਸ ਤੋਂ ਬਾਅਦ ਉਹ ਚੇਅਰਮੈਨ ਤੇ ਵੀ ਲਗਾ ਜਾਂਦਾ? ਇੰਨੀ ਕਿਹੜੀ ਵਰਕਿੰਗ ਹੈ ਉਹਨਾਂ ਦੀ? ਦੇਖੋ ਵਰਕਿੰਗ ਤਾਂ ਤੁਹਾਨੂੰ ਵੀ ਪਤਾ ਹੈ, ਜੱਗ ਜ਼ਾਹਰ ਹੈ ਵਰਕਿੰਗ ਕੀ ਹੈ। ਅੱਜ ਜਿਹੜੇ ਵਰਕਿੰਗ ਕਰਨ ਵਾਲੇ ਉਹ ਤਾਂ ਘਰਾਂ 'ਚ ਬੈਠੇ ਆ। ਅੱਛਾ ਜੀ। ਹਾਂ, ਉਹ ਤਾਂ ਇਹ ਇਦਾਂ ਦੇ ਮਾਹੌਲ ਕਿਉਂ ਆ? ਇਹ ਮਾਹੌਲ ਹਾਈ ਕਮਾਂਡ ਜ਼ਿਆਦਾ ਬਿਹਤਰ ਦੱਸ ਸਕਦਾ ਹੈ। ਅਗਰ ਇਹ ਮਾਹੌਲ ਹੈ ਤਾਂ ਲੋਕਾਂ 'ਚ ਹਾਹਾਕਾਰ ਹੈ, ਇਹ ਮਾਹੌਲ ਹੈ ਤਾਂ ਵਰਕਰ ਮਾਯੂਸ ਹੈ, ਇਹ ਮਾਹੌਲ ਹੈ ਕੰਮ ਕਰਨ ਵਾਲੇ ਜਿਹੜੇ ਲੋਕ ਹੈ ਉਹ ਮੌਨ ਹੋਏ ਬੈਠੇ। ਜਿਹੜਾ ਤੁਸੀਂ ਕਹਿੰਦੇ ਕੋਈ ਨਹੀਂ ਬੋਲਦਾ, ਕਿਉਂ ਬੋਲੇਗਾ ਕੋਈ? ਜਿਸ ਬੰਦੇ ਨੂੰ ਆਪਣੀ ਵਰਕਿੰਗ ਦਾ ਕੋਈ ਵੀ ਸਲਾਹ ਨਹੀਂ ਅਜੇ ਤੱਕ ਮਿਲਿਆ ਉਹ ਕਿਉਂ ਬੋਲੇਗਾ? ਕਿੰਨੀ ਦੇਰ ਲੜੇਗਾ? ਕਿੰਨੀ ਦੇਰ ਲੜ ਕੇ ਲੋਕਾਂ ਦੇ ਲਈ ਮਰੇਗਾ? ਕਿਉਂ ਮਰੇਗਾ ਜਦ ਪਤਾ ਵੀ ਕੁਛ ਲੋਕ ਆਉਣਗੇ ਪੈਰਾਸ਼ੂਟ ਰਾਹੀਂ ਉੱਤਰ ਕੇ ਬਹਿ ਜਾਣਗੇ ਗੱਦੀਆਂ ਤੇ। ਇਹਦਾ ਮਤਲਬ ਤੁਸੀਂ ਜਿਹੜੇ ਪੁਰਾਣੇ ਨੇਤਾ ਸੀਗੇ ਜਿਹੜੇ ਕਹੇ ਜਾਂਦੇ ਸੀ ਕਿ ਆਪਾਂ ਸੇਵਕ ਹੈਗੇ ਆ, ਮਤਲਬ ਅੱਜ ਜਿਹੜੀ ਰਾਜਨੀਤੀ ਹੈ ਉਹ ਸੇਵਾ ਨਹੀਂ ਰਹਿ ਗਈ, ਉਹ ਮੇਵਾ ਬਣ ਗਈ ਹੈ? ਬਿਲਕੁਲ ਮੇਵਾ। ਮੈਂ ਬਿੱਟੂ ਜੀ ਨੂੰ ਇੱਕ ਦਿਨ ਸਪੈਸ਼ਲ ਫੋਨ ਤੇ ਕਿਹਾ, ਮੈਂ ਤੁਹਾਡੇ ਮੀਡੀਆ ਰਾਹੀਂ ਕਹਿ ਰਿਹਾ, ਮੈਂ ਕਿਹਾ ਬਿੱਟੂ ਜੀ ਮੈਨੂੰ ਤੁਸੀਂ ਇਹ ਤਾਂ ਦੱਸੋ ਬੇਅੰਤ ਸਿੰਘ ਵਾਲੀ ਕਾਂਗਰਸ ਕਿੱਥੇ ਗਈ? ਬੇਅੰਤ ਸਿੰਘ ਵਾਲੇ ਵਰਕਰ ਕਿੱਥੇ ਗਏ? ਉਹ ਤਾਂ ਸਿਰ ਤੇ ਕੱਫਨ ਬਣ ਕੇ ਰੋਜ਼ 5 ਮਾਰਦੇ ਸੀ, ਅੱਜ ਰੋਜ਼ 5 ਦੁੱਧ ਦੇ ਮਜਨੂ ਬਣੇ ਬੈਠੇ ਆ। ਉਹ ਕਿੱਥੇ ਹੈ? ਚਾਚਾ ਜੀ ਕੋਈ ਨਹੀਂ, ਮੈਂ ਮਿਲਦਾ। ਆਹ ਜਵਾਬ ਹੈ। ਇਹ ਗੱਲਾਂ ਥੋੜ੍ਹਾ ਹੈ। ਅਸੀਂ ਤਾਂ ਉਸਾਰ ਨਾਲ ਵੀ ਕੰਮ ਕੀਤਾ। ਮੈਂ ਤਾਂ 40 ਸਾਲ ਕਾਂਗਰਸ 'ਚ ਕੰਮ ਕੀਤਾ, 10 ਸਾਲ ਮੈਂ ਵਪਾਰ ਮੰਡਲ 'ਚ ਲੋਕਾਂ ਦੀ ਉਹ ਲੜਾਈਆਂ ਲੜੀਆਂ, ਸਾਰਾ ਪੰਜਾਬ ਗਵਾਹ ਇਸ ਗੱਲ ਦਾ। ਅੱਜ ਇਹਨਾਂ ਨੂੰ ਕਹੋ ਤਾਂ ਕਿਸੇ ਨਾਲ ਲੜ ਕੇ ਦੇਖਣ। ਅਸੀਂ ਇਹੀ ਤਾਂ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਜਗਮੋਹਨ ਸ਼ਰਮਾ ਵਪਾਰ ਮੰਡਲ ਲਈ 10 ਸਾਲ ਲੜਾਈ ਲੜਿਆ, ਜਿਹਨੇ ਇੱਕ ਪਹਿਚਾਣ ਬਣਾਈ, ਕਿ ਅੱਜ ਉਹਨੂੰ ਉਹ ਸਾਡੇ ਹਿਸਾਬ ਨਾਲ ਤਾਂ ਉਹ ਕਦੀ ਉਦੋਂ ਵੀ ਡੈਜ਼ਿਗਨੇਸ਼ਨ ਦਾ ਭੁੱਖਾ ਨਹੀਂ ਸੀ, ਅੱਜ ਵੀ ਨਹੀਂ ਹੈਗਾ, ਫਿਰ ਉਹ ਚੁੱਪ ਕਿਉਂ ਹੈ? ਤੁਸੀਂ ਆਮ ਸ਼ਹਿਰ ਦੇ ਨਾਗਰਿਕ ਤਾਂ ਹੈਗੇ ਹੋ, ਜੇ ਤੁਹਾਡੇ ਸ਼ਹਿਰ ਦੇ ਵਿੱਚ ਇੱਦਾਂ ਦੀ ਆਡੀਓ ਵਾਇਰਲ ਹੋ ਰਹੀ ਹੈ, ਤੁਸੀਂ ਐਜ਼ ਏ ਨਾਗਰਿਕ ਹੁੰਦੇ ਹੀ ਆਵਾਜ਼ ਚੱਕ ਦਿੰਦੇ? ਦੇਖੋ ਮੈਂ ਤਾਂ ਬਿਲਕੁਲ ਕਹਾਂਗਾ ਜੇ ਆਡੀਓ ਦੀ ਸੱਚਾਈ ਹੈਗੀ ਇਹਦੀ ਜਾਂਚ ਕਰਾਈ ਜਾਏ, ਬਿਲਕੁਲ ਐਕਸ਼ਨ ਲਿੱਤਾ ਜਾਏ ਹਾਈ ਕਮਾਂਡ ਨੂੰ। ਇਹ ਤਾਂ ਤਰੀਕਾ ਨਹੀਂ ਹੈ ਜੇ ਕਿਸੇ ਨੂੰ ਕਿਸੇ ਸਮਾਜਿਕ ਗੱਦੀ ਤੇ ਬਿਠਾਇਆ ਜਾਂਦਾ ਹੈ। ਇਹ ਜਿਹੜੀਆਂ ਚੇਅਰਮੈਨੀਆਂ ਵੀ ਹੈ ਜਾਂ ਐਮਐਲਏਸ਼ਿਪ ਹੈ ਜਾਂ ਮੰਤਰੀਸ਼ਿਪ ਹੈ, ਇਹ ਲੋਕਾਂ ਦੀ ਸੇਵਾ ਲਈ ਹੈ, ਆਪਣਾ ਪਰਿਵਾਰ ਪਾਲਣ ਲਈ ਨਹੀਂ ਹੈ। ਸਾਡਾ ਪਰਿਵਾਰ ਤਾਂ ਸਾਡਾ ਸਮਾਜ ਹੈ, ਸਾਡਾ ਪਰਿਵਾਰ ਤਾਂ ਸਾਡਾ ਸ਼ਹਿਰ ਹੈ, ਸਾਡਾ ਸਮਾਜ ਤਾਂ ਜਨਤਾ ਹੈ, ਸਾਡਾ ਪਰਿਵਾਰ ਤਾਂ ਜਨਤਾ ਹੈ। ਜੇ ਅਸੀਂ ਇਹਨਾਂ ਨੂੰ ਛੱਡ ਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਵੱਲ ਤੁਰ ਪਾਂਗੇ, ਲੰਬੇ ਨਹੀਂ ਚੱਲ ਸਕਾਂਗੇ। ਸਰ ਪਹਿਲੀ ਗੱਲ ਤੁਸੀਂ ਹਰ ਵਾਰੀ ਨਾ ਗੱਲ ਕਰਦੇ ਹੋ, ਉਹ ਵਾਕਈ ਕਹਿੰਦੇ ਜਿਹੜਾ ਮਜ਼ਾ ਆਇਆ ਪੋਲੀਟੀਸ਼ੀਅਨ ਹੁੰਦਾ ਨਾ, ਉਹ ਮਜ਼ੇ ਆਏ ਹੁੰਦੇ ਜੇ ਵਰਡ ਨਾਲ ਲਾ ਦਿੰਦੇ ਹੋ। ਪਹਿਲਾਂ ਕੀ ਗੱਲ ਦੱਸੋ, ਕੀ ਤੁਹਾਨੂੰ ਲੱਗਦਾ ਕਿ ਉਹ ਆਡੀਓ ਦੇ ਵਿੱਚ ਜਿਹੜਾ ਬੋਲਿਆ ਜਾ ਰਿਹਾ ਕਿ ਕਲੈਕਸ਼ਨ ਜਿਹੜੀ ਹੈਗੀ 80,000 ਦੀ ਨਹੀਂ ਹੋ ਸਕਦੀ? ਜੇ ਕਲੈਕਸ਼ਨ 80,000 ਦੀ ਹੋ ਸਕਦੀ ਉਹ ਤਾਂ ਰਿਕਾਰਡ ਹੋਊਗਾ ਹੀ ਕਿ ਜੇ ਖਾਤੇ 'ਚ ਪੱਕੇ 'ਚ ਹੀ ਜਮ੍ਹਾਂ ਹੋਊਗਾ। ਇਹ ਤਾਂ ਹੈ ਨਹੀਂ ਕਿ ਕੈਸ਼ ਜਮ੍ਹਾਂ ਹੋ ਗਿਆ ਹੋਣਾ, ਖਾਤੇ 'ਚ ਰਿਕਾਰਡ ਬਣਿਆ ਹੋਣਾ।
ਤਾਂ ਆਫਟਰ ਆਲ ਕੋਈ ਵਿਜੀਲੈਂਸ ਜਾਂਚ, ਤੁਸੀਂ ਅੱਜ ਵੀ ਕਾਂਗਰਸੀ ਤਾਂ ਹੈਗੇ ਹੀ ਹੋ, ਠੀਕ ਹੈ, ਕਿਸੇ ਡੈਜ਼ਿਗਨੇਸ਼ਨ ਤੇ ਨਹੀਂ ਹੋ, ਕਾਂਗਰਸੀ ਤਾਂ ਹੈਗੇ ਹੀ ਹੋ, ਤੇ ਕਿਉਂ ਨਹੀਂ ਤੁਸੀਂ ਅੱਗੇ ਵੱਧ ਕੇ ਜਾ ਕੇ ਪੁੱਛੇ ਐਕਸ ਕਾਂਗਰਸੀ, ਐਕਸ ਜਿਹੜਾ ਪ੍ਰਧਾਨ ਰਿਹਾ ਹੁੰਦਾ ਹੈ, ਉਹਦੀ ਵੀ ਪਾਵਰ ਕੋਈ ਘੱਟ ਤਾਂ ਨਹੀਂ ਹੁੰਦੀ ਜਿੰਨੀ ਕਿ ਸਾਨੂੰ ਸਮਝ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਨ ਲਾਲ ਜੀ ਨੂੰ ਕਹਾਂਗਾ, ਬਵੇਜਾ ਸਾਹਿਬ ਨੂੰ, ਵੀ ਤੁਹਾਡੀ ਆਡੀਓ ਵਾਇਰਲ ਹੋਈ ਹੈ, ਤੁਸੀਂ ਜਵਾਬ ਦਿਓ ਲੋਕਾਂ ਨਾਲ ਕੇ ਸਾਹਮਣੇ, ਮੀਡੀਆ 'ਚ ਆਓ, ਦੱਸੋ ਮੇਰੇ 'ਤੇ ਕੋਈ ਐਲੀਗੇਸ਼ਨ ਲੱਗਦਾ ਹੈ, ਮੈਂ ਤਾਂ ਡਰੂੰਗਾ ਨਹੀਂ, ਸ਼ਰੇਆਮ ਐਲੀਗੇਸ਼ਨ ਨੂੰ ਸਾਫ਼ ਕਰਾਂਗਾ। ਜੇ ਮੇਰੇ 'ਤੇ ਕੋਈ ਜਾਲੀ ਲੱਗਿਆ ਮੈਂ ਉਹਦੀ ਵੀ ਸੱਚਾਈ ਦੇਵਾਂਗਾ, ਉਹਦਾ ਵੀ ਪ੍ਰੂਫ ਦੇਵਾਂਗਾ। ਜੇ ਕੋਈ ਸੱਚਾਈ ਹੈ ਮੈਂ ਤਾਂ ਵੀ ਦੱਸਾਂਗਾ। ਲੋਕ ਅੱਗੇ ਆ ਕੇ ਸਾਨੂੰ ਦੱਸਣਾ ਚਾਹੀਦਾ ਹੈ, ਤਾਂ ਕੋਈ ਮਾੜੀ ਗੱਲ ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਖਾਲੀ ਬਵੇਜਾ ਜੀ ਨਹੀਂ ਹੀ ਕਾਂਗਰਸੀ, ਜੇ ਆਪਾਂ ਉੱਥੇ ਗੱਲ ਕਰੀਏ ਜਿਹੜਾ ਇੱਕ ਉਹ ਅਬਾਸ ਰਾਜਾ ਹੈਗਾ, ਉਹ ਵੀ ਜਿਹੜਾ ਹੈਗਾ ਕਾਂਗਰਸੀ ਨੇਤਾ ਹੀ ਦੱਸਿਆ ਜਾਂਦਾ, ਔਰ ਅੱਜ ਦਾ ਚੰਗਾ ਨੇਤਾ ਹੈਗਾ। ਉਹ ਤੁਸੀਂ ਉੱਥੇ ਵੀ ਚੁੱਪ ਬੈਠੇ ਹੋ। ਨਹੀਂ, ਬਿਲਕੁਲ ਚੁੱਪ ਨਹੀਂ। ਜਿੰਨੀ ਵੀ ਟੀਮ ਹੈ ਉਹਨਾਂ ਦੀ, ਬਵੇਜਾ ਜੀ ਦੀ ਜਿੰਨੀ ਵੀ ਟੀਮ ਹੈ, ਮੈਂ ਮੀਡੀਆ ਅੱਗੇ ਬੈਠਾ, ਉਹਨਾਂ ਨੂੰ ਮੀਡੀਆ ਅੱਗੇ ਆ ਕੇ ਇਹਦੇ ਬਾਰੇ ਕਲੀਅਰੈਂਸ ਦੇਣੀ ਚਾਹੀਦੀ ਵੀ ਕੀ ਹੈ ਇਹਦੇ ਕੀ ਬਣਦਾ ਰੌਲਾ, ਕੀ ਚੱਕਰ ਹੈ, ਕੀ ਨਹੀਂ ਹੈ, ਇਹਨਾਂ ਸਾਫ਼ ਕਰਨਾ, ਲੋਕਾਂ ਨੂੰ ਦੱਸਣਾ ਚਾਹੀਦਾ ਵੀ ਕੀ ਹੈ ਵੀਡੀਓ ਦੇ ਵਿੱਚ। ਤੇ ਜੀ ਸ਼ਰਮਾ ਜੀ, ਇਹ ਦੱਸੋ ਕਿ ਜੇ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਚੇਅਰਮੈਨ ਲਗਾਇਆ, ਤੇ ਤੁਹਾਡੇ ਵਰਗਿਆਂ ਨੂੰ ਕਿਉਂ ਨਹੀਂ ਲਗਾਇਆ? ਦੇਖੋ, ਇਸ ਕਰਕੇ ਨਹੀਂ ਲਗਾਇਆ ਗਿਆ ਹੋਣਾ, ਇਹ ਤਾਂ ਉੱਪਰਲੀ ਹਾਈ ਕਮਾਂਡ ਦੱਸੇਗੀ। ਇਹ ਚੇਅਰਮੈਨ ਲੱਗੇ, ਇਹਨਾਂ ਦੇ ਜਿਹੜੇ ਗੋਡ ਫਾਦਰ ਹੈ ਉਹ ਵੀ ਅਸਮਾਨ ਤੋਂ ਤੁਰੇ, ਕੁਲਦੀਪ ਬੈਦ ਜੀ। ਉਹਨਾਂ ਦਾ ਕੋਈ ਪੋਲੀਟੀਕਲ ਲਾਈਫ ਤਾਂ ਹੈ ਨਹੀਂ ਗੀ। ਉਹਨਾਂ ਨੇ ਕਦੀ ਲੜਾਈ ਨਹੀਂ ਲੜੀ ਕਾਂਗਰਸ ਦੀ, ਉਹਨਾਂ ਨੇ ਕਦੀ ਲੜਾਈ ਨਹੀਂ ਲੜੀ ਵਪਾਰੀ ਦੀ, ਕਦੀ ਲੜਾਈ ਨਹੀਂ ਲੜੀ ਸ਼ਹਿਰੀ ਦੀ। ਮੇਰੇ ਖਿਆਲ ਕਦੀ ਉਹਨਾਂ ਨੇ ਭਰਤੀ ਨਹੀਂ ਕੀਤੀ ਹੋਣੀ ਮੈਂਬਰਸ਼ਿਪ ਦੀ। ਜੇ ਉਹ MLA ਬਣ ਸਕਦੇ ਤਾਂ ਉਹਨਾਂ ਦਾ ਬਣਾਇਆ ਚੇਅਰਮੈਨ ਕਿਉਂ ਨਹੀਂ ਲੱਗ ਸਕਦਾ? ਇਸ ਮਤਲਬ ਉਹਨਾਂ ਦਾ ਆਸ਼ੀਰਵਾਦ ਹੈ ਇਹਦੇ 'ਤੇ। ਉਹਨਾਂ ਨੇ ਸ਼ਰੇਆਮ ਕਿਹਾ ਵੀ ਇਹ ਚੇਅਰਮੈਨ ਮੇਰਾ ਲਾਇਆ, ਮੈਂ ਲਵਾਉਂਗਾ। ਜਦ ਐਸੇ ਲੋਕ ਇਹੋ ਜਿਹੇ ਲੋਕਾਂ ਨੂੰ ਲਿਆਉਣਗੇ ਤਾਂ ਪਾਰਟੀ ਖੜੂਗੀ ਕਿੱਥੇ? 80% 50% ਪਾਰਟੀ ਖਤਮ ਹੈ। ਆਉਣ ਵਾਲੇ ਟਾਈਮ ਤੇ 22 'ਚ ਮੈਨੂੰ ਨਹੀਂ ਲੱਗਦਾ ਕਿਤੇ ਨਜ਼ਰ ਆਏਗੀ, ਜੇ ਇਹੀ ਹਾਲ ਰਹੇ। ਹਾਂ, ਬਿਲਕੁਲ। ਬਟ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੂਜੇ ਪਾਸੇ ਅਬਾਸ ਰਾਜਾ ਵੀ ਜਿਹੜੇ ਨੇਤਾ ਹੈਗੇ ਆ, ਉਹ ਵੀ MP ਸਾਹਿਬ ਦੇ ਖਾਸਮ ਖਾਸ ਦੱਸੇ ਜਾਂਦੇ ਹੈ, ਪਰ ਉੱਥੇ ਕਿਉਂ ਮਾਮਲਾ ਚੁੱਪ ਹੈ? ਦੇਖੋ, ਮੈਂ ਤਾਂ MP ਸਾਹਿਬ ਬਾਰੇ ਗੱਲ ਕਹਾਂਗਾ। ਮੈਂ ਬਿੱਟੂ ਦੇ ਦਾਦਾ ਜੀ ਨਾਲ 23 ਮਾਰਚ 1986 ਨੂੰ ਚਿੱਠੀ ਲੈ ਕੇ ਆਇਆ ਸੀ, ਪ੍ਰਧਾਨਗੀ ਦੀ, ਪੰਜਾਬ ਪ੍ਰਧਾਨਗੀ। 23 ਮਾਰਚ 1986 ਪੰਜਾਬ ਭਵਨ ਨਾਲ ਰਿਹਾ ਮੈਂ ਸਰਦਾਰ ਬੇਅੰਤ ਸਿੰਘ ਦੇ। ਤਦ ਤੋਂ ਲੈ ਕੇ ਟਿਲ ਡੈਥ ਤਾਈਂ ਉਹਨਾਂ ਦੇ ਮੈਂ ਨਾਲ ਰਿਹਾ, ਕੰਧੇ ਨਾਲ ਕੰਧਾ ਲਾ ਕੇ, ਅੱਤ ਦੇ ਅਤਵਾਦ ਦੇ ਵਿੱਚ। ਉਹਨਾਂ ਦੇ ਹਜ਼ਾਰਾਂ ਹੀ ਫੰਕਸ਼ਨ ਕਰਾਏ ਮੈਂ ਲੁਧਿਆਣੇ 'ਚ, ਹਜ਼ਾਰਾਂ ਹੀ ਰੈਲੀਆਂ ਕਰਾਈਆਂ, ਹਜ਼ਾਰਾਂ ਹੀ ਮੀਟਿੰਗਾਂ ਕਰਾਈਆਂ ਵਪਾਰੀਆਂ ਨਾਲ। ਔਰ ਮਹਾਰਾਜ ਦੀ ਕਿਰਪਾ ਨਾਲ ਇੱਕੋ ਇਨਸਾਨ ਸੀ। ਮੈਂ ਛੋਟੀ ਜਿਹੀ ਦੁਕਾਨ ਬਣਾਈ, ਇੱਕ ਵਾਰ ਇਨਵੀਟੇਸ਼ਨ ਦਿੱਤਾ ਵੀ ਸਰਦਾਰ ਜੀ ਛੋਟੀ ਦੁਕਾਨ ਬਣਾਈ ਹੈ ਅਤੇ ਤੁਸੀਂ ਕਿਤੇ ਲੰਘਦੇ ਚਰਨ ਪਾਇਓ। ਕਹਿੰਦੇ ਲੰਘਦੇ ਚਰਨ ਨਹੀਂ ਪਾਉਣੇ, ਆਉਣਾ ਕਿੱਦਣ ਹੈ? ਮੈਂ ਫਿਰ ਤੁਸੀਂ ਕਿਰਪਾ ਕਰੋ, ਤੁਸੀਂ ਫੀਤਾ ਕੱਟਣਾ। 8 ਜਨਵਰੀ 1994 ਨੂੰ 6 ਘੰਟੇ ਬੈਠ ਕੇ ਮੇਰੀ ਦੁਕਾਨ 'ਤੇ ਕੱਲੇ ਬੰਦੇ ਨੂੰ ਮਿਲੇ, ਕੱਲੀ ਇੰਡਸਟਰੀ ਨੂੰ ਮਿਲੇ। ਫੰਕਸ਼ਨ ਖਤਮ ਹੋਣ ਦੇ ਬਾਅਦ ਉਹ ਇਨਸਾਨ ਚੱਲ ਕੇ ਚੰਡੀਗੜ੍ਹੋਂ ਬਾਈਅਰ ਆ ਕੇ, MLA ਸਾਰੇ ਗਵਾਏ, ਡਾਵਰ ਸਾਹਿਬ ਗਵਾਇਆ, ਪ੍ਰਮੋਦ ਬਾਤਸ਼ ਜੀ ਉੱਥੇ ਸੀਗੇ, ਕਿੱਡੇ ਵੱਡੇ ਪੱਤਰਕਾਰ ਹੈ, ਸਾਰੇ ਸ਼ਹਿਰ ਦਾ ਮੀਡੀਆ ਉੱਥੇ ਸੀ, ਸਾਰੇ ਸ਼ਹਿਰ ਦੇ MLA ਉੱਥੇ ਸੀਗੇ। 8 ਘੰਟੇ 7 ਘੰਟੇ ਬਹਿ ਕੇ ਲੋਕਾਂ ਨੂੰ ਮਿਲੇ। ਬਾਊ ਜੀ, ਕਿੱਦਾਂ ਨਹੀਂ ਹੌਸਲਾ ਬਣੇਗਾ ਵਰਕਰ ਦਾ, ਜਿਹਦੀ ਪਿੱਠ 'ਤੇ ਆ ਕੇ ਪੰਜਾਬ ਦਾ ਮੁੱਖ ਮੰਤਰੀ ਖੜ੍ਹ ਜਾਏਗਾ ਵਰਕਰ ਦੀ। ਉਹ ਵਰਕਰ ਤਾਂ ਭੱਜਿਆ ਜਾਏਗਾ ਆਪਣੀ ਜਾਨ ਦੇ ਲਈ, ਪਾਰਟੀ ਦੇ ਲਈ। ਤੁਹਾਡੇ ਕਹਿਣ ਦਾ ਮਤਲਬ ਅੱਜ ਵਰਕਰਾਂ ਦੀ ਸੁਣਵਾਈ ਨਹੀਂ, ਇਸ ਲਈ ਤੁਸੀਂ ਕਹਿੰਦੇ ਹੋ ਕਿ ਤੁਸੀਂ ਵੀ ਸਾਰੇ ਚੁੱਪ? ਜਾਂ ਵਰਕਰਾਂ, ਸਾਰ ਜੀ ਦਾ ਪੋਤਾ ਹੀ ਲੋਕਾਂ 'ਚ ਨਹੀਂ ਜਾਂਦਾ, ਅਤੇ ਤੁਸੀਂ ਅੱਗੇ ਕੀ ਕਰਾਓਗੇ? ਫੋਨ ਉਹ ਨਹੀਂ ਚੁੱਕਦਾ, ਕਿਸੇ ਦੇ ਨਾਲ ਉਹ ਨਹੀਂ ਖੜਦਾ, ਲੁਧਿਆਣੇ ਉਹ ਨਹੀਂ ਦਿਖਦਾ, ਕੀ ਕਰਾਵਾਂਗੇ ਅਸੀਂ ਯਾਰ? ਮੈਨੂੰ ਦੱਸੋ ਵਰਕਰ ਜਾਏਗਾ ਕਿੱਥੇ? ਸੰਦੀਪ ਜੀ, ਇਸ ਗੱਲ ਦੀ ਗਵਾਹੀ ਸਾਰੇ ਲੁਧਿਆਣੇ ਤੋਂ ਲੈ ਸਕਦੇ ਹੋ। ਮੈਂ 10 ਵਜੇ ਤੋਂ ਲੈ ਕੇ 2 ਵਜੇ ਤਾਈਂ, ਮੀਂਹ ਜਾਏ, ਹਨੇਰੀ ਜਾਏ, ਤੂਫਾਨ ਜਾਏ, ਮੈਂ 3 ਵਜੇ ਤੱਕ 2 ਤੋਂ 3 ਦਫ਼ਤਰ ਬੈਠਦਾ ਸੀ ਡੇਲੀ। ਸੰਡੇ ਹੋਵੇ, ਦੁਸਹਿਰਾ ਹੋਵੇ, ਦੀਵਾਲੀ ਹੋਵੇ, ਫੰਕਸ਼ਨ ਹੋਵੇ, ਕੁਝ ਹੋਵੇ, ਮੈਂ ਰੂਟੀਨ 'ਚ ਬਹਿੰਦਾ ਸੀ। ਔਰ ਸੈਂਕੜੇ ਵਰਕਰ ਮੇਰੇ ਕੋਲ ਆਉਂਦੇ ਸੀ ਰੋਜ਼, ਸੈਂਕੜੇ ਵਰਕਰ ਆਵਾਜਾਈ ਰਹਿੰਦੀ ਸੀਗੀ, ਰਜਿਸਟਰ ਭਰਿਆ ਰਹਿੰਦਾ ਸੀ। ਕਦੀ ਉੱਥੇ ਹਾਜ਼ਰੀ 75 ਦੀ ਹੈ, ਕਦੀ 100 ਦੀ ਹੈ, ਕਦੀ 90 ਦੀ, ਕਦੀ 85 ਦੀ ਹਾਜ਼ਰੀ ਰਜਿਸਟਰ ਲਗਾਇਆ ਗਿਆ ਸੀਗਾ। ਮੇਲਾ ਲੱਗਿਆ ਹੁੰਦਾ ਸੀਗਾ ਉੱਥੇ ਸਾਡੇ ਕੋਲ, ਇਸ ਕਰਕੇ ਮੇਲਾ ਲੱਗਦਾ ਸੀ। ਅਸੀਂ ਲੋਕਾਂ ਦੇ ਲਈ ਖੜ੍ਹਦੇ ਸੀ, ਲੋਕ ਸਾਡੇ ਲਈ ਖੜ੍ਹਦੇ ਸੀ, ਅਸੀਂ ਲੋਕਾਂ ਨੂੰ ਪਿਆਰ ਕਰਦੇ ਸੀ, ਲੋਕ ਭੱਜੇ ਜਾਂਦੇ ਸੀ। ਮੈਨੂੰ ਲੱਗਦਾ ਸ਼ਰਮਾ ਜੀ, ਤੁਸੀਂ ਨਾ ਮੈਟਰ ਮੁੱਦਾ, ਉਹੀ ਮੈਂ ਕਿਹਾ ਨਾ, ਮਜ਼ੇ ਖਿਡਾ ਰਹੀ ਹੋ ਤੇ ਤੁਸੀਂ ਮੁੱਦਾ ਭੜਕਾ ਰਹੇ ਹੋ, ਇੱਧਰ ਉੱਧਰ ਡਾਇਵਰਟ ਕਰ ਰਹੇ ਹੋ। ਕੁੱਲ ਮਿਲਾ ਕੇ ਇਹ ਦਿੱਤਾ ਜਾਏ ਕਿ ਕੀ ਮੰਡੀ ਬੋਰਡ ਦੇ ਵਿੱਚ ਜਿੰਨੀ ਦੀ ਆਡੀਓ ਦੇ ਵਿੱਚ ਆਰੋਪ ਲੱਗ ਰਿਹਾ ਹੈ, ਗਲਤ ਹੋਇਆ, ਨਹੀਂ ਹੋਣਾ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ। ਇੰਨੀ ਵੱਡੀ ਧਾਂਦਲੀ ਪੋਸੀਬਲ ਹੈਗੀ ਹੈ? ਬਿਲਕੁਲ ਨਹੀਂ ਹੋਣਾ ਚਾਹੀਦਾ। ਜੋ ਵੀ ਹੋਇਆ, ਜੋ ਉਹਦੇ 'ਚ ਸੁਣਿਆ, ਜੋ ਸੁਣ ਰਹੇ ਹੈ, ਜੋ ਗੱਲਬਾਤ ਅਸੀਂ ਸੁਣੀ ਹੈ। ਇਹਦੀ ਵਿਜੀਲੈਂਸ ਜਾਂਚ ਕਿਉਂ ਨਹੀਂ ਹੋਈ ਹਜੇ ਤੱਕ? ਇਹਨਾਂ ਤੇ ਹਜੇ ਤੱਕ ਕਿਸੇ ਤਰੀਕੇ ਦੀ? ਜਿਨ੍ਹਾਂ ਦਾ ਆਸ਼ੀਰਵਾਦ ਆ ਉਹ ਦੱਸਣਗੇ, ਮੈਂ ਤਾਂ ਚੇਅਰਮੈਨ ਨਹੀਂ ਬਣਾਇਆ। ਉਹ ਸਰ, ਤੁਸੀਂ ਆਜ ਕਾਂਗਰਸੀ ਤੋਂ ਜਵਾਬ ਤਾਂ ਤੁਹਾਨੂੰ ਕਾਂਗਰਸੀ, ਮੈਂ ਤਾਂ ਇਹ ਕਹਾਂਗਾ ਕੁਲਦੀਪ ਬੈਦ ਜੀ ਨੇ ਬਣਾਇਆ। ਕੁਲਦੀਪ ਬੈਦ ਜੀ ਨੂੰ ਇਮੀਡੀਏਟ ਐਕਸ਼ਨ ਲੈਣਾ ਚਾਹੀਦਾ ਹੈ।
ਉਹ ਚਾਹੇ ਕੋਈ ਵੀ ਜਾਂਚ ਕਰਾਉਣ ਕੁਛ ਕਰਾਉਣ, ਕਿਉਂਕਿ ਉਹਨਾਂ ਦੀ ਛਵੀ ਤੇ ਤਬਾਹ ਆਏਗਾ, ਉਹਨਾਂ ਦਾ ਬਣਾਇਆ ਚੇਅਰਮੈਨ ਹੈ, ਹੋਰ ਕਿਸੇ ਦਾ ਨਾਂ ਨਹੀਂ ਲੈਂਦਾ ਮੈਂ। ਤੇ ਇਹਦੇ ਤੇ ਕੱਲ ਨੂੰ ਇਹੋ ਜਿਹੇ ਬੰਦਿਆਂ ਦੇ ਨਾਲ, ਵਰਕਰਾਂ ਦੇ ਨਾਲ ਜਦੋਂ ਕੰਮ ਕੀਤਾ ਜਾਏਗਾ ਤਾਂ ਕੀ ਇਹਦਾ ਇੰਪੈਕਟ ਅਗਲੇ ਇਲੈਕਸ਼ਨਾਂ ਤੇ ਨਹੀਂ ਪਏਗਾ? ਪਏਗਾ, ਕਿਉਂ ਨਹੀਂ ਪਏਗਾ। ਕੀ ਛਵੀ ਰਹਿ ਗਈ ਅੱਜ ਕਾਂਗਰਸੀ, ਜਿਹੜੇ ਕਹਿੰਦੇ ਇੰਦਰਾ ਗਾਂਧੀ ਜੀ ਨੇ ਉੱਥੇ ਬਲੀਦਾਨ ਦਿੱਤਾ, ਜਿਹੜੇ ਕਹਿੰਦੇ ਰਾਜੀਵ ਗਾਂਧੀ ਜੀ ਨੇ ਦਿੱਤਾ, ਜਿਹੜੇ ਕਹਿੰਦੇ ਬੇਅੰਤ ਸਿੰਘ ਜੀ ਨੇ ਦਿੱਤਾ, ਕੀ ਉਹਨਾਂ ਦੀ ਪਾਰਟੀ 'ਚ ਹੁਣ ਇਹੋ ਜਿਹੇ ਕੰਮ ਹੋਣਗੇ? ਦੇਖੋ ਗੱਲ ਇਹ, ਮੈਂ ਤਾਂ ਬੈਦ ਸਾਹਿਬ ਨੂੰ ਫਿਰ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ, ਮੇਰੇ ਛੋਟੇ ਭਰਾ ਹੈ, ਉਹਨਾਂ ਨੇ ਚੇਅਰਮੈਨ ਲਾਇਆ ਹੈ, ਕਮ ਸੇ ਕਮ ਬੰਦੇ ਨੂੰ ਪਰਖ ਕੇ, ਇਹ ਛੋਟੀ ਪੋਸਟ ਨਹੀਂ ਹੈ, ਇਹ ਸਮਾਜ ਦਾ ਜੁੜਿਆ ਆਧਾਰ ਹੈ, ਸਮਾਜਿਕ ਆਧਾਰ ਹੈ, ਪਬਲਿਕ ਪਲੇਸ ਹੈ, ਬੇਸਿਕਲੀ ਪਬਲਿਕ ਦੀ ਜੇਬ ਕੱਟੀ ਜਾ ਰਹੀ ਹੈ, ਪਬਲਿਕ ਪਲੇਸ ਹੈ, ਵੀ ਤੁਸੀਂ ਉੱਥੇ ਸੋਚ ਕੇ ਤਾਂ ਬੰਦੇ ਲਾਓ। ਅੱਜ ਯਾਰ ਇਮਾਨਦਾਰੀ ਕਹਿਣਾ ਹੀ ਪਾਪ ਹੋ ਗਿਆ, ਇਮਾਨਦਾਰ ਹੋਣਾ ਹੀ ਪਾਪ ਹੋ ਗਿਆ, ਇਮਾਨਦਾਰ ਹੋਣਾ ਹੀ ਗੁਨਾਹ ਹੋ ਗਿਆ। ਕਮ ਸੇ ਕਮ ਸੀਨੀਅਰ ਲੀਡਰਸ ਨੂੰ ਚਾਹੀਦਾ ਜਿਹੜੇ ਬੰਦੇ ਨੂੰ ਕੋਈ ਜ਼ਿੰਮੇਵਾਰੀ ਦਿੰਦੇ ਆ ਉਹਦੀ ਪਹਿਲਾਂ ਜਾਂਚ ਪੜਤਾਲ ਕਰ ਲੈਣ, ਉਹਦੀ ਪਰਖ ਕਰਨ, ਕਿਉਂਕਿ ਆਂਚ ਉਹਨਾਂ ਤੇ ਹੀ ਆਣੀ ਜਿਨ੍ਹਾਂ ਨੇ ਲਾਣਾ ਹੈ, ਧੱਬਾ ਉਹਨਾਂ ਤੇ ਹੀ ਲੱਗਣਾ ਹੈ। ਜਦ ਆਪਾਂ ਸ਼ਰਮ ਛਾਤੀ ਠੋਕ ਕੇ ਕਹਿੰਦੇ ਆ ਵੀ ਜੀ ਮੈਂ ਲਾਇਆ ਚੇਅਰਮੈਨ, ਤੇ ਤੁਸੀਂ ਜਵਾਬ ਦਿਓ। ਚੇਅਰਮੈਨ ਤਾਂ ਸਰ ਕਲੇਮ ਇਹ ਕਰਦਾ ਕਿ ਮੈਂ ਉੱਥੇ ਦਾ ਆਫਿਸ ਵੀ ਆਪ ਬਣਾਇਆ, ਆਪਣੇ ਪੈਸਿਆਂ ਨਾਲ ਬਣਾਇਆ, ਆਲੀਸ਼ਾਨ ਆਫਿਸ ਬਣਾਇਆ, ਤੇ ਤੁਹਾਡੇ ਆਫਿਸ ਨਾਲੋਂ ਵਧੀਆ ਵੇਚ ਕੇ ਪੈਸੇ ਪੂਰੇ ਕਰ ਲਓ। ਕਾਂਗਰਸ ਦਫ਼ਤਰ ਮੈਂ ਬਣਾਇਆ, ਆਓ ਐਂ ਕਰੋ, ਲੁਧਿਆਣੇ 'ਚ ਕੋਈ ਬੰਦਾ ਹੱਥ ਖੜਾ ਕਰਕੇ ਕਵੇ ਵੀ 1 ਰੁਪਈਆ ਡੋਨੇਸ਼ਨ ਦਿੱਤੀ ਹੋਵੇ, ਉਹਦੇ ਦੇਖੋ ਕਿੱਡਾ ਸ਼ੇਰ ਹੈ। ਇਹ ਰਾਤ ਨੂੰ ਬਿਲਡਿੰਗ ਢਹਿ ਗਈ, 200 ਸਾਲ ਪੁਰਾਣੀ ਬਿਲਡਿੰਗ ਸੀਗੀ ਕਾਂਗਰਸ ਦਫ਼ਤਰ ਦੀ। ਜਦ ਰਾਤ ਨੂੰ ਮੀਂਹ ਨਾਲ ਢਈ, ਮੈਨੂੰ ਅਮਰਜੀਤ ਬਰਾਏ ਦਾ ਫੋਨ ਆਇਆ ਵੀ ਸ਼ਰਮਾ ਜੀ ਬਿਲਡਿੰਗ ਢਹਿ ਗਈ, ਮੇਰੇ ਹੋਟਲ ਮੈਸੇਜ ਆਇਆ। ਮੈਂ ਕਿਹਾ ਮੈਂ ਹੁਣੀ ਤੇਰੇ ਹੋਟਲ ਆਇਆ, ਮੈਂ ਉਹਦੇ ਹੋਟਲ ਗਿਆ, ਮੈਂ ਬਰਾਏ ਇਹ ਤਾਂ ਬੜੀ ਪੋਜੀਸ਼ਨ ਖਰਾਬ ਹੋ ਜੂ, ਮੈਂ ਤਾਂ ਇੱਦਾਂ ਨਹੀਂ ਕਰਨਾ ਕਿਸੇ ਅੱਗੇ, ਮੈਂ ਨਿੱਕਾ ਪੈਸਾ ਨਹੀਂ ਮੰਗਣਾ ਕਿਸੇ ਤੋਂ। ਹੱਲ ਕੀ ਹੈ? ਕਹਿੰਦਾ ਸ਼ਰਮਾ ਜੀ ਲੇਬਰ ਜਿੰਨੀ ਲੱਗੂਗੀ ਮੇਰੀ, ਸੁਣੀ ਚੱਲਿਓ, ਮੈਂ ਸ਼ਰਮ ਮੀਡੀਆ 'ਚ ਕਹਿ ਰਿਹਾ, ਔਰ ਇਹ ਕਹਿੰਦਾ ਜਿੰਨੀ ਲੇਬਰ ਦਾ ਖਰਚਾ ਹੋਊਗਾ ਮੇਰਾ। ਮੈਂ ਕਿਹਾ ਮਟੀਰੀਅਲ ਸਾਰਾ ਮੇਰਾ, ਜਿੰਨਾ ਲੱਗੇਗਾ ਸਾਰਾ ਮਟੀਰੀਅਲ ਮੇਰਾ, ਇਲੈਕਟ੍ਰੀਕਲ ਤੋਂ ਟੈਲਾਂ ਤੋਂ ਲੈ ਕੇ ਸਾਰਾ ਕੁਝ ਲੈ ਕੇ ਮੇਰਾ। ਮੈਂ ਸਭ ਤੋਂ ਪਹਿਲਾਂ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਫੋਨ ਮਾਰਿਆ, ਮੈਂ ਪੰਡਿਤ ਜੀ ਇੱਕ ਗੱਡੀ ਇੱਟਾਂ ਦੀ ਚਾਹੀਦੀ ਹੈ, ਕੀ ਰੇਟ? ਕਹਿੰਦਾ ਮੰਗਾ ਲਓ, ਰੇਟ ਨੂੰ ਛੱਡੋ। ਮੈਂ ਨਹੀਂ ਜੀ ਕੀ ਰੇਟ ਦੱਸੋ? ਕਹਿੰਦਾ ਕਿੱਥੇ ਲਾਣੀ ਹੈ? ਮੈਂ ਕਾਂਗਰਸ ਦਫ਼ਤਰ। ਕੀ ਹੋ ਗਿਆ? ਮੈਂ ਇਹ ਬਿਲਡਿੰਗ ਢਹਿ ਗਈ। ਕਹਿੰਦਾ ਮੈਂ ਇੱਕ ਪੈਸਾ ਨਹੀਂ ਲੈਣਾ ਗੱਡੀ ਦਾ। ਨਹੀਂ ਲੈ ਇਸ ਬਾਪ ਦੇ ਬੇਟੇ ਨੇ, ਇੱਟਾਂ ਦੀ ਗੱਡੀ ਇਹਨੇ ਭੇਜੀ, ਲੇਬਰ ਉਪਰ ਇਹਨੇ ਦਿੱਤੀ, ਟੋਟਲ ਸਰੀਆ ਸੀਮੈਂਟ ਬਜਰੀ ਟੈਲਾਂ ਸ਼ੈਲਾਂ ਫਰਨੀਚਰ ਫਰਨੂਚਰ ਜੋ ਏ ਸੀ ਟੁੱਟ ਗਿਆ ਸੀ, ਸਾਰੇ ਮੈਂ ਲਾਏ। ਹੁਣ ਜੇ ਮੈਂ ਲਾਏ ਹੈ, ਹੁਣ ਮੈਂ ਪੱਟ ਲਿਆ, ਮੈਂ ਲੋਕਾਂ ਨੂੰ ਰੌਲਾ ਪਾ ਕੇ ਦੱਸਾਂ ਵੀ ਮੈਂ ਲਾਏ ਹੈ, ਸਾਰੇ ਸ਼ਹਿਰ ਨੂੰ ਪਤਾ। ਜੇ ਮੈਂ ਲਾਏ ਹੈ, ਮੈਂ ਆਪਣੇ ਲਈ ਨਹੀਂ ਲਾਏ, ਮੈਂ ਉੱਥੇ ਬੈਠੇ ਹਾਂ। ਉਸ ਆਫਿਸ ਨੇ ਮੈਨੂੰ ਇੱਕ ਪਛਾਣ ਦਿੱਤੀ ਸੀ ਵੀ ਇਹ ਜਗਮੋਹਨ ਸ਼ਰਮਾ ਹੈ। ਅਗਰ ਆਪਾਂ ਉਸ ਆਫਿਸ 'ਤੇ ਲਾਏ ਹੋ, ਇੱਕ ਮੱਕਾ ਹੈ ਕਾਂਗਰਸ ਦਾ ਯਾਰ, ਤੁਸੀਂ ਇਸ ਮੱਕੇ 'ਚ ਬੈਠੇ ਹੋ ਜਿੱਥੇ ਦਰਸ਼ਨ ਬੁਬੇਜੀ ਨੂੰ ਲੋਕ ਜਾਣਨ ਲੱਗ ਗਏ, ਇਹ ਤਾਂ ਗਲਤ ਹੈ। ਮੈਂ ਬਣਾਇਆ, ਮੈਂ ਨਾ ਲਿਆਓ ਵਿੱਚ, ਮੈਂ ਤੇ ਕੀ ਮੈਨੇ ਯਾਰ, ਅਸੀਂ ਬਣਾਇਆ ਸੀ। ਪੁੱਛਣਾ ਚਾਹੁੰਦੇ ਹਾਂ ਕਿ ਜਿੰਨੇ ਕੁ ਪੈਸੇ ਉਹਨਾਂ ਨੇ ਲਾ ਕੇ 5 ਸਟਾਰ ਆਫਿਸ ਬਣਾ ਦਿੱਤਾ ਹੈ, ਕਿ ਇਹੋ ਜਿਹਾ ਬੰਦਾ ਜਿਹੜਾ ਕੋਲੋਂ ਪੈਸੇ ਲਾ ਕੇ ਇੱਦਾਂ ਵਧੀਆ 5 ਸਟਾਰ ਆਫਿਸ ਬਣਾ ਦੇ, ਕੀ ਉਹ ਕਦੀ ਇਹੋ ਜਿਹੀ ਠੱਗੀ ਕਰ ਸਕਦਾ? ਕਿਤੇ ਕੋਈ ਕੌਨਸਪੀਰੈਂਸੀ ਤਾਂ ਨਹੀਂ? ਉਹ ਜ਼ਿਆਦਾ ਬਿਹਤਰ ਜਵਾਬ ਦੇ ਸਕਦੇ ਹਾਂ। ਦੇਖੋ ਜੇ ਮੈਂ ਦਫ਼ਤਰ ਬਣਾਇਆ ਸੀ, ਮੈਂ ਸ਼ਰੇਆਮ ਕਹਿਤਾ ਵੀ ਮੈਨੂੰ ਇੱਟਾਂ ਦੀ ਗੱਡੀ ਅਸ਼ਵਨੀ ਨੇ ਭੇਜੀ, ਅਮਰਜੀਤ ਬਰਾਏ ਨੇ ਉਹਦਾ ਲੇਬਰ ਦਾ ਖਰਚਾ ਦਿੱਤਾ, ਮਟੀਰੀਅਲ ਮੈਂ ਦਿੱਤਾ। ਮੈਂ ਸ਼ਰੇਆਮ ਕਹਿ ਰਿਹਾ, ਮੈਂ ਲੁਕੋ ਕੇ ਨਹੀਂ ਕਹਿ ਰਿਹਾ ਵੀ ਮੈਂ ਕੀਤਾ। ਮੈਂ ਕਿਉਂ ਕੀਤਾ ਯਾਰ? ਅਸੀਂ 3 ਦੋਸਤਾਂ ਨੇ ਰਲ ਕੇ ਕੀਤਾ। ਠੀਕ ਹੈ, ਅੱਜ ਜੋ ਬਣੇ ਹੈ, ਉਸ ਦਫ਼ਤਰ ਨੇ ਕੀ ਨੂੰ ਪਛਾਣ ਦਿੱਤੀ ਹੈ। ਉਸ ਦਫ਼ਤਰ ਨੇ ਬੇਅੰਤ ਸਿੰਘ ਪੈਦਾ ਕੀਤਾ ਸੀ, ਉਸ ਦਫ਼ਤਰ ਨੇ ਜੋਗਿੰਦਰਪਾਲ ਪਾਂਡੇ ਜੀ ਪੈਦਾ ਕੀਤੇ ਸੀ, ਉਸ ਦਫ਼ਤਰ ਨੇ ਸਤਪਾਲ ਮਿੱਤਲ ਜੀ ਪੈਦਾ ਕੀਤੇ ਸੀ, ਉਸ ਦਫ਼ਤਰ ਨੇ ਸਤਪਾਲ ਪਰਾਸ਼ਰ ਪੈਦਾ ਕੀਤਾ ਜਿਹਨੇ 30 ਗੋਲੀਆਂ ਖਾਧੀਆਂ, ਉਸ ਦਫ਼ਤਰ ਨੇ ਬੜੇ ਬੜੇ ਯੋਧੇ ਪੈਦਾ ਕੀਤੇ ਹੈ। ਤੁਸੀਂ ਉਹ ਦਫ਼ਤਰ ਦਾ ਮੋਹਨ ਸ਼ਰਮਾ ਵੀ ਪੈਦਾ ਕੀਤਾ। ਮੈਂ ਤਾਂ ਜੀ ਖੁਦ ਕਹਿੰਦਾ ਵੀ ਮੇਰੀ ਅਗਰ ਕੋਈ ਪਛਾਣ 10 ਪੈਸੇ ਦੀ 5 ਪੈਸੇ ਦੀ ਹੈਗੀ ਹੈ, ਉਸ ਮੱਕੇ ਤੋਂ ਸ਼ੁਰੂ ਹੋਈ ਹੈ। ਠੀਕ ਹੈ, ਮੈਂ ਵਪਾਰ ਮੰਡਲ ਦਾ ਇੱਕ ਸਾਡਾ ਅਲੱਗ ਅਦਾਰਾ ਸੀ, ਵਪਾਰ ਮੰਡਲ ਦਾ ਅਸੀਂ ਵਪਾਰੀਆਂ ਦਾ ਸੰਗਠਨ ਸੀ, ਅੱਜ ਵੀ ਹੈਗਾ, ਅੱਜ ਵੀ ਅਸੀਂ ਇਕੱਠੇ ਹੁੰਦੇ ਹਾਂ, ਅੱਜ ਵੀ ਕੋਈ ਝਗੜਾ ਹੋਵੇ ਇੱਕ ਫਰੰਟ 'ਤੇ ਆ ਕੇ ਲੜਦੇ ਹਾਂ। ਮਗਰ ਉਹ ਇੱਕ ਅਲੱਗ ਹੈ, ਜਿਹੜਾ ਪੋਲੀਟੀਕਲ ਅਦਾਰਾ ਸੀ ਉਹ ਸਾਡੇ ਲਈ ਮੱਕਾ ਸੀ, ਉਹਨੇ ਸਾਨੂੰ ਪਛਾਣ ਦਿੱਤੀ ਸੀਗੀ। ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਬੜੀ ਤਕਲੀਫ ਹੁੰਦੀ ਹੈ, ਜਿਹੜੇ ਅੱਜ ਵੀ ਉੱਥੋਂ ਵਧੀਆ ਵਰਕਰ ਪੈਦਾ ਹੁੰਦੇ ਆ, ਨਮੋਸ਼ੀ 'ਚ ਹੈ, ਉਹਨਾਂ ਦਾ ਕੋਈ ਕੰਮ ਨਹੀਂ ਕਰਦਾ, ਉਹਨਾਂ ਦੀ ਕੋਈ ਸੁਣਵਾਈ ਨਹੀਂ, ਉਹਨਾਂ ਨੂੰ ਕੋਈ ਨਹੀਂ ਪੁੱਛਦਾ ਉਹ ਵਰਕਰਾਂ ਨੂੰ। ਉਹ ਤੁਰੇ ਫਿਰਦੇ ਆ ਵਿਚਾਰੇ, ਮਾਰੇ ਫਿਰਦੇ ਆ। ਤੁਹਾਨੂੰ ਉਹ ਦਿਖਾਊਂਗਾ, ਚਲੋ ਸੰਦੀਪ ਜੀ, ਮੈਂ ਤਾਂ ਬਿਜ਼ਨਸਮੈਨ ਫੈਮਿਲੀ ਤੋਂ ਸ਼ੁਰੂ ਤੋਂ ਉਦਾਰੇ ਤੋਂ, ਜਿਹੜੇ ਹੈਂਡ ਟੂ ਮਾਊਥ ਵਰਕਰ ਹੈ, ਉਹ ਵਿਚਾਰੇ ਰੁਲਦੇ ਫਿਰਦੇ ਆ। ਕਿਸੇ ਦੇ ਆਟਾ ਹੈ ਨਹੀਂ, ਕਿਸੇ ਦਾ ਬਾਪ ਬਿਮਾਰ ਹੈ, ਦਵਾਈ ਹੈ ਨਹੀਂ, ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਇਹ ਤਾਂ ਬਹੁਤ ਗਲਤ ਹੈ। ਤੇ ਕੀ ਤੁਸੀਂ ਹੁਣ ਇਸ ਚੀਜ਼ਾਂ ਲਈ, ਕਿਉਂਕਿ ਤੁਹਾਡਾ ਇੱਕ ਅੱਜ ਵੀ ਰੁਤਬਾ ਤਾਂ ਹੋਏਗਾ ਕਾਂਗਰਸ 'ਚ, ਤੁਸੀਂ ਕੀ ਸੋਨੀਆ ਗਾਂਧੀ ਜੀ ਨੂੰ ਜਾਂ ਰਾਹੁਲ ਗਾਂਧੀ ਜੀ ਨੂੰ, ਕਦੀ ਹੋਰ ਵੀ ਤੁਹਾਡੇ ਬੜੇ ਤੁਹਾਡੇ ਵੇਲੇ ਦੇ ਉੱਥੇ ਸੀਨੀਅਰ ਕਾਂਗਰਸੀ ਹੋਣੇ, ਉਹਨਾਂ ਨੂੰ ਕਦੀ ਅਵਗਤ ਨਹੀਂ ਕਰਾਇਆ? ਸ਼ਰਮਾ ਸਾਹਿਬ, ਜੇ ਮੇਰੀ ਉੱਥੇ ਤੱਕ ਅਪਰੋਚ ਹੁੰਦੀ, ਮੈਂ 4 ਵਾਰ ਇਲੈਕਸ਼ਨ ਲੜ ਕੇ ਮੰਤਰੀ ਬਣਿਆ ਹੁੰਦਾ। ਉੱਥੇ ਤੱਕ ਪਹੁੰਚਣਾ ਬਹੁਤ ਔਖਾ ਹੈ। ਉੱਥੇ ਤੇ ਬੜੇ ਵੱਡੇ ਪਹੀਏ ਲਾਣੇ ਪੈਂਦੇ ਆ, ਉਹ ਮੈਂ ਨਹੀਂ ਲਗਾ ਸਕਿਆ।
ਜਾਂ ਤਾਂ ਮੈਂ ਵੀ ਉਦੋਂ ਸਾਰਾ ਕੁਝ ਕੀਤਾ ਹੁੰਦਾ, ਕਾਲਾ ਮਾਲਾ ਸ਼ਾਲਾ ਕੀਤਾ ਹੁੰਦਾ, ਮੈਂ ਵੀ ਅੱਜ ਵੀ 4 ਵਾਰ ਮੰਤਰੀ ਬਣ ਜਾਂਦਾ ਯਾਰ। ਮੈਂ ਵੀ ਲੱਗਿਆ ਹੁੰਦਾ, ਇਹਦੇ 'ਚ ਤਾਂ ਕੋਈ ਗੱਲ ਨਹੀਂ ਹੈ। ਠੀਕ ਹੈ ਨਹੀਂ। ਤੇ ਦੋਸਤੋ ਇਹ ਸੀ ਜਗਮੋਹਨ ਸ਼ਰਮਾ ਜੀ, ਜਿਨ੍ਹਾਂ ਨੇ ਬੜਾ ਸਿੱਧੇ ਸ਼ਬਦਾਂ 'ਚ ਕਿਹਾ ਹੈ, ਮੁੱਖ ਮੰਤਰੀ ਜਿਹੜਾ ਆਪ ਲੋਕਾਂ 'ਚ ਆ ਕੇ ਵਿਚਰਦਾ ਸੀ, 8-8 ਘੰਟੇ ਬੈਠਿਆ ਰਹਿੰਦਾ ਸੀ, ਵਰਕਰਾਂ ਨੂੰ ਮੋਟੀਵੇਟ ਕਰਦਾ ਸੀ। ਅੱਜ ਉਹਨਾਂ ਦੇ ਮੁੱਖ ਮੰਤਰੀ ਦੇ ਪੋਤਾ ਜਿਹੜੇ ਹੈਗੇ ਹੈ, ਸਾਡੇ ਸ਼ਹਿਰ ਦੇ MP ਵੀ ਹੈਗੇ ਹੈ, ਤੇ ਉਹ ਅੱਜ ਦਿੱਲੀ 'ਚ ਜਾ ਕੇ ਬਹਿ ਗਏ। ਤੇ ਜਿਹੜੇ ਪੈਰਾਸ਼ੂਟ ਰਾਹੀਂ ਵਿਧਾਇਕ ਆਏ, ਉਹਨਾਂ ਦੇ ਕਰਕੇ, ਜਿਹੜੇ ਪੈਰਾਸ਼ੂਟ ਚੇਅਰਮੈਨ ਆਏ ਹੈ, ਉਹਨਾਂ ਦੇ ਕਰਕੇ ਹੀ ਕਾਂਗਰਸ ਬਦਨਾਮ ਹੋ ਰਹੀ ਹੈ। ਤੇ ਜੇ ਇੱਦਾਂ ਦੀ ਆਡੀਓ ਦੀ ਸਿੱਧੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਜਦ ਤੱਕ ਜਾਂਚ ਨਹੀਂ ਹੋਊਗੀ ਪਤਾ ਨਹੀਂ ਲੱਗੇਗਾ। ਤੇ ਕਾਂਗਰਸ ਨੂੰ ਇਹੋ ਜਿਹੇ ਜਿਹੜੇ ਹੈਗੇ ਹੈ ਕੌਨਸਪੀਰੈਂਸੀਜ਼ ਦਾ, ਜਾਂ ਇਹੋ ਜਿਹੇ ਜਿਹੜੇ ਘਪਲਿਆਂ ਦੇ ਕਰਕੇ ਅਗਲੇ ਚੁਣਾਵਾਂ 'ਚ ਖਮਿਆਜਾ ਭੁਗਤਣਾ ਪੈ ਸਕਦਾ ਹੈ। ਤੇ ਇੱਦਾਂ ਹੀ ਹੋਰ ਵੀ ਚੀਜ਼ਾਂ ਨਾਲ ਜਾਣੂ ਕਰਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ।